ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਲੈਕਚਰਰ ਕੈਡਰ ਬਾਇਓਲੋਜੀ। ਅੱਜ ਆਪਣਾ ਟੌਪਿਕ ਵਾਈਜ਼ MCQ ਸੀਰੀਜ਼ ਦਾ ਡੇ 3 ਜਿਹਦੇ ਵਿੱਚ ਆਪਾਂ ਕਵਰ ਕਰਾਂਗੇ ਕਿੰਗਡਮ ਪਲਾਂਟੀ ਯਾਨੀ ਕਿ ਪਲਾਂਟ ਕਿੰਗਡਮ। ਓਕੇ, ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਬਿਕੋਜ਼ ਐਂਡ ਤੇ ਮੈਂ ਇੱਕ ਚੀਟ ਸ਼ੀਟ ਦੇਣੀ ਹੈ ਤੁਹਾਨੂੰ ਜੋ ਕਿ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ। ਜੋ ਕਿੰਗਡਮ ਪਲਾਂਟੀ ਹੈ ਨਾ ਉਹਦੇ ਬੇਸਿਕਲੀ 5 ਗਰੁੱਪਸ ਹੈ ਜੋ ਮੇਜਰ ਹੈ। ਓਕੇ, 5 ਗਰੁੱਪਸ ਹੈ ਇਹਦੇ। ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਗਰੁੱਪਸ ਹੈ। ਉਹ ਹੈ ਐਲਗੀ, bryophytes, pteridophytes, then gymnosperms and angiosperms. Okay, so ਇਹਦੇ ਮੇਜਰ 5 ਗਰੁੱਪਸ ਹੈ। ਆਪਾਂ ਹਰ ਇੱਕ ਦੇ ਫੀਚਰਸ ਪੜ੍ਹਦੇ ਹਾਂ ਥੋੜੇ ਥੋੜੇ ਐਂਡ ਫਿਰ ਆਪਾਂ ਉਹਦੇ MCQs ਕਰਾਂਗੇ। ਸੋ ਜਿਹੜੀ ਐਲਗੀ ਹੈ ਨਾ ਉਹ ਹੈਗੀ ਹੈ ਸਿੰਪਲ ਥੈਲੋਇਡ ਬੋਡੀ। ਤੁਸੀਂ ਪਿਕਚਰ 'ਚ ਦੇਖ ਸਕਦੇ ਹੋ ਕਿ ਇਹ ਥੈਲੋਇਡ ਬੋਡੀ ਹੈ। ਥੈਲੋਇਡ ਮੀਨਸ ਹੁੰਦਾ ਹੈ ਕਿ ਇਹਦੀ ਟਰੂ ਰੂਟ ਸਟੈਮ ਤੇ ਲੀਫ ਨਹੀਂ ਹੈ। ਓਕੇ, ਰੂਟ ਸਟੈਮ ਲੀਫ ਟਰੂ ਨਹੀਂ ਹੈ। ਦੇਖਣ ਨੂੰ ਇਹ ਸਟੈਮ ਲੱਗ ਸਕਦੀ ਹੈ ਬਟ ਐਕਚੁਅਲ ਦੇ ਵਿੱਚ ਕੋਈ ਟਰੂ ਇਹਦੀ ਰੂਟ ਸਟੈਮ ਲੀਫ ਹੁੰਦੀ ਨਹੀਂ। ਸੋ ਉਹਨੂੰ ਆਪਾਂ ਬੋਲਦੇ ਹਾਂ ਥੈਲੋਇਡ। ਓਕੇ, ਮੋਸਟਲੀ ਐਕੁਆਟਿਕ ਯਾਨੀ ਕਿ ਇਹ ਮੋਸਟਲੀ ਵਾਟਰ ਦੇ ਵਿੱਚ ਹੀ ਹੁੰਦੀ ਹੈ। ਫੋਟੋਸਿੰਥੈਟਿਕ ਹੁੰਦੀ ਹੈ ਬਿਕੋਜ਼ ਇਹਦੇ ਵਿੱਚ ਕਲੋਰੋਫਿਲ ਹੈ। ਸੋ ਜਿਹਦੇ ਵਿੱਚ ਵੀ ਕਲੋਰੋਫਿਲ ਹੋਏਗੀ ਗ੍ਰੀਨ ਕਲਰਡ ਪਿਗਮੈਂਟ ਆਪਣਾ ਫੂਡ ਖੁਦ ਬਣਾਉਣਗੇ। ਸੋ ਐਲਗੀ ਇਜ਼ ਫੋਟੋਸਿੰਥੈਟਿਕ। ਓਕੇ, ਸੋ ਐਲਗੀ ਤੋਂ ਐਡਵਾਂਸ ਆ ਜਾਂਦੇ ਆ ਅਗਲੇ ਬ੍ਰਾਇਓਫਾਈਟਸ। ਓਕੇ, ਸੋ ਪਿਕਚਰ 'ਚ ਦੇਖ ਸਕਦੇ ਹੋ ਤੁਸੀਂ ਬ੍ਰਾਇਓਫਾਈਟਸ ਐਲਗੀ ਨਾਲੋਂ ਥੋੜੇ ਜਿਹੇ ਐਡਵਾਂਸ ਹੈ ਲੁੱਕ ਵਾਈਜ਼ ਆਲਸੋ। ਇਹ ਹੈਗੇ ਨਾਨ ਵੈਸਕੂਲਰ। ਨਾਨ ਵੈਸਕੂਲਰ ਦੇਖੋ ਐਲਗੀ ਵੀ ਨਾਨ ਵੈਸਕੂਲਰ ਹੈ ਤੇ ਇਹ ਵੀ ਨਾਨ ਵੈਸਕੂਲਰ ਹੈ। ਇਹਦਾ ਮਤਲਬ ਇਹ ਹੈ ਕਿ ਇਹਨਾਂ ਦੇ ਵਿੱਚ ਵੈਸਕੂਲਰ ਬੰਡਲਸ ਐਬਸੈਂਟ ਹੁੰਦੇ ਆ। ਮੀਨਸ ਜ਼ਾਈਲਮ ਫਲੋਇਮ। ਜ਼ਾਈਲਮ ਫਲੋਇਮ ਕੀ ਹੁੰਦਾ ਹੈ? ਜ਼ਾਈਲਮ ਹੁੰਦਾ ਹੈ ਜੋ ਵਾਟਰ ਕੰਡਕਟ ਕਰਦਾ ਹੈ ਐਂਡ ਫਲੋਇਮ ਹੁੰਦਾ ਹੈ ਜੋ ਫੂਡ ਕੰਡਕਟ ਕਰਦਾ ਹੈ। ਸੋ ਇਹ ਟਿਸ਼ੂਜ਼ ਹੈ ਦੋਨੋਂ ਕੰਡਕਟਿੰਗ ਟਿਸ਼ੂਜ਼। ਸੋ ਬ੍ਰਾਇਓਫਾਈਟਸ ਦੇ ਵਿੱਚ ਜ਼ਾਈਲਮ ਤੇ ਫਲੋਇਮ ਐਬਸੈਂਟ ਹੁੰਦੇ ਆ, ਨਾਨ ਵੈਸਕੂਲਰ ਹੈ। ਉਸ ਤੋਂ ਇਲਾਵਾ ਇਹਦਾ ਇੱਕ ਮੇਨ ਫੀਚਰ ਹੈ ਕਿ ਇਹ ਡੋਮੀਨੈਂਟ ਗਮੀਟੋਫਾਈਟ ਜਨਰੇਸ਼ਨ ਹੁੰਦੀ ਹੈ। ਦੇਖੋ ਇੱਕ ਨਾ ਪਲਾਂਟ ਦਾ ਜੋ ਲਾਈਫ ਸਾਈਕਲ ਹੁੰਦਾ ਉਹਦੇ ਵਿੱਚ 2 ਜਨਰੇਸ਼ਨਸ ਆਉਂਦੀਆਂ, ਇੱਕ ਗਮੀਟੋਫਾਈਟ ਜਨਰੇਸ਼ਨ, ਇੱਕ ਸਪੋਰੋਫਾਈਟ ਜਨਰੇਸ਼ਨ ਆਉਂਦੀ ਹੈ। ਠੀਕ ਹੈ, ਮੀਨਸ ਗਮੀਟੋਫਾਈਟ ਤੋਂ ਸਪੋਰੋਫਾਈਟ ਬਣਦਾ ਹੈ ਤੇ ਸਪੋਰੋਫਾਈਟ ਤੋਂ ਗਮੀਟੋਫਾਈਟ। ਆਪਾਂ ਪੜਾਂਗੇ ਇਹਦਾ ਲਾਈਫ ਸਾਈਕਲ ਵੀ ਜ਼ਰੂਰ ਪੜਾਂਗੇ ਆਪਾਂ ਐਂਡ ਤੇ। ਓਕੇ, ਫਿਲਹਾਲ ਲਈ ਆਪਾਂ ਇਹ ਕਰਦੇ ਹਾਂ ਕਿ ਜੋ ਬ੍ਰਾਇਓਫਾਈਟਸ ਹੈ ਨਾ ਉਹਦੇ ਵਿੱਚ ਡੋਮੀਨੈਂਟ ਸਟੇਜ ਹੁੰਦੀ ਹੈ ਗਮੀਟੋਫਾਈਟ ਦੀ। ਠੀਕ ਹੈ, ਬਟ ਜਿਹੜੇ ਥਰਡ ਕੈਟੇਗਰੀ ਹੈ ਉਹ ਕਿਹੜੀ ਹੈ? ਟੈਰੀਡੋਫਾਈਟਸ। ਉਹ ਇਹਦੇ ਤੋਂ ਵੀ ਐਡਵਾਂਸ ਹੈ ਥੋੜੇ ਜਿਹੇ। ਠੀਕ ਹੈ, ਹੁਣ ਇਹਨਾਂ ਵਿੱਚ ਤੁਹਾਨੂੰ ਦਿਖ ਰਿਹਾ ਹੋਏਗਾ ਕਿ ਲੀਫ ਹੈ ਨਾ। ਸੋ ਇਹਦੇ ਵਿੱਚ ਪ੍ਰੋਪਰ ਰੂਟ ਸਟੈਮ ਲੀਫ ਹੁੰਦੀ ਹੈ। ਸੋ ਥੈਲਸ ਐਬਸੈਂਟ ਹੈ ਇਹਦੇ ਵਿੱਚ, ਥੈਲੋਇਡ ਬੋਡੀ ਨਹੀਂ ਹੈ ਇਹਨਾਂ ਦੀ। ਓਕੇ, ਇਹ ਹੈਗੇ ਫਸਟ ਵੈਸਕੂਲਰ ਪਲਾਂਟਸ। ਵੈਸਕੂਲਰ ਮੀਨਸ ਹੁਣ ਪਤਾ ਲੱਗ ਗਿਆ ਨਾ, ਫਸਟ ਵੈਸਕੂਲਰ ਪਲਾਂਟਸ ਮੀਨ ਜ਼ਾਈਲਮ ਫਲੋਇਮ ਇਹਦੇ ਵਿੱਚ ਪ੍ਰੈਜ਼ੈਂਟ ਹੈ। ਸੋ ਪਿਛਲੀਆਂ ਦੋਨਾਂ ਕੈਟੇਗਰੀਜ਼ 'ਚ ਜ਼ਾਈਲਮ ਫਲੋਇਮ ਐਬਸੈਂਟ ਹੈ। ਸੋ ਸਭ ਤੋਂ ਪਹਿਲਾਂ ਜਿਹੜੇ ਪਲਾਂਟਸ ਜਿਹੜੇ ਡਿਵੈਲਪ ਹੋਏ ਸੀ ਜਿਨ੍ਹਾਂ ਵਿੱਚ ਵੈਸਕੂਲਰ ਟਿਸ਼ੂ ਪ੍ਰੈਜ਼ੈਂਟ ਹੈ ਉਹ ਕਿਹੜੇ ਹੈ? ਟੈਰੀਡੋਫਾਈਟਸ। ਰਾਈਟ, ਇਹਨਾਂ ਦੀਆਂ ਟਰੂ ਰੂਟਸ ਸਟੈਮ ਲੀਵਸ ਪ੍ਰੈਜ਼ੈਂਟ ਹੈ। ਓਕੇ, ਸੋ ਮੀਨਸ ਇਹ ਥੈਲੋਇਡ ਨਹੀਂ ਹੈ ਐਂਡ ਸਪੋਰ ਬੀਅਰਿੰਗ, ਇਹਨਾਂ ਦੇ ਸਪੋਰਸ ਹੁੰਦੇ ਆ। ਨੈਕਸਟ ਇਜ਼ ਫੋਰਥ ਇਜ਼ ਜਿਮਨੋਸਪਰਮਸ। ਦੇਖੋ ਜਿਮਨੋ ਮੀਨਸ ਹੁੰਦਾ ਨੇਕਡ ਐਂਡ ਸਪਰਮ ਮੀਨਸ ਹੁੰਦਾ ਸੀਡ। ਠੀਕ ਹੈ, ਸੋ ਇਹਨਾਂ ਦੇ ਜੋ ਸੀਡ ਹੁੰਦੇ ਉਹ ਨੇਕਡ ਹੁੰਦੇ ਆ, ਮਤਲਬ ਨਾਟ ਕਵਰਡ, ਫਰੂਟ ਨਾਲ ਕਵਰ ਨਹੀਂ ਹੁੰਦੇ, ਨੇਕਡ ਹੀ ਹੁੰਦੇ ਆ। ਓਕੇ, ਸੋ ਇਹੀ ਇਹਦਾ ਮੇਨ ਫੀਚਰ ਹੈ। ਤੁਸੀਂ ਦੇਖ ਸਕਦੇ ਹੋ ਇਹ ਕਿ ਕੋਨ ਬਣੀ ਹੋਈ ਹੈ ਇੱਕ। ਸੋ ਇਹਨਾਂ ਦੇ ਜੋ ਪਲਾਂਟਸ ਹੁੰਦੇ ਆ ਕੋਨਸ ਤੋਂ ਆਪਾਂ ਆਈਡੈਂਟੀਫਾਈ ਕਰ ਸਕਦੇ ਹਾਂ। ਤੁਸੀਂ ਪਾਈਨਸ ਦਾ ਪਲਾਂਟ ਦੇਖਿਆ ਹੋਣਾ, ਪਾਈਨਸ ਉਹਦੀ ਕੋਨਸ ਹੁੰਦੀਆਂ ਹੈ ਨਾ। ਸੋ ਪਾਈਨਸ ਇੱਕ ਜਿਮਨੋਸਪਰਮ ਹੈ। ਸੀਡ ਪਲਾਂਟਸ ਹੈ ਬਟ ਇਹਨਾਂ ਦੇ ਜੋ ਸੀਡਸ ਹੈ ਉਹ ਨੇਕਡ ਹੈ। ਰਾਈਟ, ਨਾਟ ਇਨਕਲੋਜ਼ਡ ਇਨ ਫਰੂਟ, ਨਾ ਹੀ ਇਹਨਾਂ ਦੇ ਕੋਈ ਫਲਾਵਰਸ ਹੈ, ਟਰੂ ਫਲਾਵਰਸ ਨਹੀਂ ਹੈ। ਦੂਜੀ ਸਾਈਡ ਦੇਖੋ ਐਂਜੀਓਸਪਰਮਸ, ਦੇਖੋ ਹਾਊ ਬਿਊਟੀਫੁਲ ਹੈ ਨਾ। ਸੋ ਇਹਨਾਂ ਦੇ ਵਿੱਚ ਫਲਾਵਰਸ ਹੁੰਦੇ ਆ ਐਂਡ ਐਂਜੀਓਸਪਰਮਸ ਦੇ ਵਿੱਚ ਜੋ ਸੀਡ ਹੈ ਉਹ ਕਵਰਡ ਹੁੰਦਾ ਹੈ ਫਰੂਟ ਦੇ ਅੰਦਰ। ਸੋ ਸੀਡਸ ਇਨਕਲੋਜ਼ਡ ਇਨ ਫਰੂਟਸ। ਓਕੇ, ਸੋ ਇਹ ਇਹਨਾਂ ਦੋਨਾਂ ਦਾ ਇੱਕ ਮੇਨ ਫੀਚਰ ਹੈ ਕਿ ਇਹਦੇ ਵਿੱਚ ਸੀਡ ਨੇਕਡ ਹੈ ਐਂਡ ਇਹਦੇ ਵਿੱਚ ਸੀਡ ਕਵਰਡ ਹੈ ਫਰੂਟ ਦੇ ਅੰਦਰ। ਉਸ ਤੋਂ ਇਲਾਵਾ ਇਹਨਾਂ ਦੇ ਫਲਾਵਰਸ ਹੁੰਦੇ ਆ। ਰਾਈਟ, ਐਂਡ ਸ਼ੋ ਡਬਲ ਫਰਟੀਲਾਈਜੇਸ਼ਨ। ਇਹ ਡਬਲ ਫਰਟੀਲਾਈਜੇਸ਼ਨ ਸ਼ੋ ਕਰਦੇ ਆ। ਡਬਲ ਫਰਟੀਲਾਈਜੇਸ਼ਨ ਆਪਾਂ ਕਿਸੇ ਹੋਰ ਵੀਡੀਓ 'ਚ ਜ਼ਰੂਰ ਡਿਟੇਲ ਦੇ ਵਿੱਚ ਕਰਾਂਗੇ। ਇੱਕ ਤੁਹਾਨੂੰ ਮੈਂ ਸ਼ਾਰਟ ਫਾਰਮ 'ਚ ਦੱਸ ਦਿੰਦੀ ਹਾਂ ਕਿ ਜਦੋਂ ਫਰਟੀਲਾਈਜੇਸ਼ਨ ਹੁੰਦੀ ਹੈ ਨਾ ਉਹਦੇ ਵਿੱਚ 2 ਮੇਲ ਗੈਮੀਟ ਫਿਊਜ਼ ਕਰਦੇ ਆ। ਇੱਕ ਮੇਲ ਗੈਮੀਟ ਫਿਊਜ਼ ਕਰਦਾ ਹੈ ਐਗ ਸੈਲ ਨਾਲ ਜਿਹਨੂੰ ਆਪਾਂ ਬੋਲਦੇ ਹਾਂ ਸਿਨਗੈਮੀ, ਐਂਡ ਇੱਕ ਮੇਲ ਗੈਮੀਟ ਫਿਊਜ਼ ਕਰਦਾ ਹੈ ਪੋਲਰ ਨਿਊਕਲੀਆਈ ਨਾਲ ਜਿਹਨੂੰ ਆਪਾਂ ਬੋਲਦੇ ਹਾਂ ਟ੍ਰਿਪਲ ਫਿਊਜ਼ਨ। 2 ਫਰਟੀਲਾਈਜੇਸ਼ਨਸ ਹੁੰਦੀਆਂ ਤਾਂ ਹੀ ਕਰਕੇ ਇਹਨੂੰ ਬੋਲਦੇ ਡਬਲ ਫਰਟੀਲਾਈਜੇਸ਼ਨ। ਸੋ ਬੇਸਿਕਲੀ ਆਪਾਂ ਮੇਨ ਫੀਚਰਸ ਦੇਖ ਲਏ ਹੈ। ਹੁਣ ਆਓ ਆਪਾਂ ਇਹਦੇ MCQs ਕਰਦੇ ਹਾਂ। ਸੋ ਦ ਫਸਟ MCQ ਇਜ਼ which of the following represents the correct evolutionary sequence? ਹਾਂਜੀ, ਦੱਸੋ ਜੋ correct sequence ਆ ਉਹ ਕੀ ਆਏਗੀ? ਦੇਖੋ ਜਿਮਨੋਸਪਰਮ ਸਟਾਰਟਿੰਗ 'ਚ ਹੈ, ਨਹੀਂ ਗਲਤ ਹੈ ਨਾ, ਸਟਾਰਟਿੰਗ 'ਚ ਤਾਂ ਹੈ ਹੀ ਨਹੀਂ ਇਹ।
then bryophytes, okay, pteridophytes, gymnosperms, angiosperms। ਹਾਂਜੀ ਕੈਟੇਗਰੀ ਤਾਂ ਇਹ ਠੀਕ ਹੈ ਬਟ ਇਹਦੇ ਵਿੱਚ ਐਲਗੀ ਐਬਸੈਂਟ ਹੈ। ਓਕੇ ਕੋਈ ਗੱਲ ਨਹੀਂ, ਆਪਾਂ ਨੈਕਸਟ ਦੇਖਦੇ ਹਾਂ। pteridophytes, bryophytes ਗਲਤ ਹੋ ਗਈ ਨਾ ਇਹ ਸੀਕੁਐਂਸ, ਜੋ bryophytes ਹੈ ਉਹ ਸੈਕਿੰਡ ਨੰਬਰ ਤੇ ਆਉਂਦਾ ਹੈ। ਓਕੇ ਸੋ ਇਹਨੂੰ ਵੀ ਆਪਾਂ ਰਿਜੈਕਟ ਕਰ ਦਿੰਦੇ ਹਾਂ। ਦੈਨ ਐਲਗੀ, ਜਿਮਨੋਸਪਰਮਸ, bryophytes ਗਲਤ ਹੋ ਗਈ, ਜਿਮਨੋਸਪਰਮਸ ਤੋਂ ਬਾਅਦ ਨਹੀਂ ਆਉਂਦਾ bryophytes, ਸੋ ਇਹੀ ਕਰੈਕਟ ਆਪਸ਼ਨ ਹੈ। ਚਾਹੇ ਇਹ ਐਲਗੀ ਐਬਸੈਂਟ ਹੈ ਬਟ ਐਟਲੀਸਟ ਇਹਦੀ ਜੋ ਸੀਕੁਐਂਸ ਹੈ ਉਹ ਬਿਲਕੁਲ ਕਰੈक्ट ਹੈ। ਓਕੇ ਨੈਕਸਟ, which plant group first evolved true vascular tissues? ਟਰੂ ਵੈਸਕੂਲਰ ਟਿਸ਼ੂਜ਼ ਸਭ ਤੋਂ ਪਹਿਲਾਂ ਕਿਹਦੇ ਵਿੱਚ ਬਣੇ ਸੀ? ਹੁਣੇ ਪੜ੍ਹਿਆ ਨਾ ਆਪਾਂ, ਬ੍ਰਾਇਓਫਾਈਟਸ 'ਚ ਬਣੇ ਸੀ ਜਾਂ ਟਰੀਡੋਫਾਈਟਸ 'ਚ ਜਾਂ ਜਿਮਨੋਸਪਰਮਸ ਜਾਂ ਐਂਜੀਓਸਪਰਮਸ 'ਚ। ਹਾਂਜੀ ਸੋ ਕਰੈਕਟ ਕੀ ਆਏਗਾ? ਆਪਸ਼ਨ ਬੀ ਟੈਰੀਡੋਫਾਈਟਸ। ਸੋ ਇਹ ਜੋ ਫਸਟ ਗਰੁੱਪ ਹੈ ਪਲਾਂਟ ਦਾ ਜਿਹਦੇ ਵਿੱਚ ਵੈਸਕੂਲਰ ਟਿਸ਼ੂਜ਼ ਬਣੇ ਸੀ, ਰਾਈਟ। ਨੈਕਸਟ, which of the following is not heterosporous? ਇਹਨਾਂ ਵਿੱਚੋਂ ਕੌਣ ਹੈ ਜੋ ਹੈਟਰੋਸਪੋਰਸ ਨਹੀਂ ਹੈ? ਸੋ ਹੈਟਰੋਸਪੋਰਸ ਕੀ ਹੁੰਦਾ? ਹੈਟਰੋ ਮੀਨਸ ਕੀ ਹੁੰਦਾ? ਡਿਫਰੈਂਟ, ਹੈ ਨਾ। ਸੋ ਡਿਫਰੈਂਟ ਤਰ੍ਹਾਂ ਦੇ ਸਪੋਰਸ ਬਣ ਰਹੇ ਹੈ, ਉਹਨੂੰ ਆਪਾਂ ਬੋਲਦੇ ਹਾਂ ਹੈਟਰੋਸਪੋਰਸ। ਸੋ ਮੀਨਸ ਇੱਕ ਬੰਦੇ ਆ ਮੇਗਾਸਪੋਰਸ ਜਿਹਨੂੰ ਆਪਾਂ ਫੀਮੇਲ ਕਹਿ ਦਿੰਦੇ ਹਾਂ, ਇੱਕ ਹੁੰਦੇ ਆ ਮਾਈਕਰੋਸਪੋਰਸ, ਓਕੇ, ਮੇਲ ਪਲਾਂਟ ਤੋਂ ਆਉਂਦੇ ਆ। ਸੋ ਮੇਗਾਸਪੋਰਸ ਤੇ ਮਾਈਕਰੋਸਪੋਰਸ ਦੋ ਤਰ੍ਹਾਂ ਦੇ ਸਪੋਰਸ ਪ੍ਰੋਡਿਊਸ ਹੁੰਦੇ ਆ, ਤਾਂ ਉਹਨੂੰ ਆਪਾਂ ਬੋਲਦੇ ਹਾਂ ਹੈਟਰੋਸਪੋਰਸ, ਠੀਕ ਹੈ। ਇਹ ਕਿਹਦੇ ਵਿੱਚ ਹੁੰਦੇ ਆ? ਸੋ ਆਪਾਂ ਇਮੇਜ ਦੇਖਦੇ ਹਾਂ ਪਹਿਲਾਂ ਤਾਂ। ਹਾਂਜੀ ਦੇਖੋ, ਹੋਮੋਸਪੋਰਸ ਐਂਸੈਸਟਰ, ਦੇਖੋ ਹੋਮੋਸਪੋਰਸ, ਹੋਮੋ ਮੀਨਸ ਹੁੰਦਾ ਸੇਮ। ਇਹਦੇ ਵਿੱਚ ਦੇਖੋ ਜੋ ਸਾਰੇ ਜਿਹੜੇ ਸਪੋਰਸ ਪਏ ਹੈ ਇਹ ਸਾਰੇ ਸੇਮ ਹੀ ਹੈ, ਸੇਮ ਤਰ੍ਹਾਂ ਦੇ ਹੀ ਹੈ, ਸਾਈਜ਼ ਵੀ ਸੇਮ ਹੈ ਦੋਨਾਂ ਦਾ। ਸੋ ਇਹਨੂੰ ਆਪਾਂ ਬੋਲਦੇ ਹਾਂ ਹੋਮੋਸਪੋਰਸ। ਹੌਲੀ ਹੌਲੀ ਐਵੋਲਿਊਸ਼ਨ ਹੋਈ ਤਾਂ ਉਹਦੇ ਤੋਂ ਕੀ ਹੋਇਆ? ਹੈਟਰੋਸਪੋਰੀ ਆ ਗਈ, ਮੀਨਸ ਦੋ ਅਲੱਗ-ਅਲੱਗ ਤਰ੍ਹਾਂ ਦੇ ਸਪੋਰਸ ਬਣਨ ਲੱਗ ਗਏ। ਕੁਛ ਸਪੋਰਸ ਹੁੰਦੇ ਸੀ ਸਮਾਲ, ਜਿਹਨੂੰ ਆਪਾਂ ਬੋਲਦੇ ਹਾਂ ਮਾਈਕਰੋਸਪੋਰਸ। ਕੁਝ ਸਪੋਰ ਹੁੰਦੇ ਬਿਗ, ਮਤਲਬ ਲਾਰਜ ਇਨ ਸਾਈਜ਼, ਜਿਹਨੂੰ ਆਪਾਂ ਬੋਲਦੇ ਹਾਂ ਮੇਗਾਸਪੋਰਸ। ਓਕੇ ਸੋ ਹੁੰਦਾ ਕੀ ਹੈ, ਜੋ ਮਾਈਕਰੋਸਪੋਰਸ ਹੈ ਉਹ ਮੇਗਾਸਪੋਰਸ ਤੱਕ ਆਉਂਦੇ ਆ, ਬਟ ਮੇਗਾਸਪੋਰਸ ਕਿਤੇ ਨਹੀਂ ਜਾਂਦੇ, ਇਹ ਉੱਥੇ ਹੀ ਰਹਿੰਦੇ ਆ। ਸੋ ਰਿਡਕਸ਼ਨ ਟੂ 1 ਮੇਗਾਸਪੋਰ ਐਂਡ ਐਂਡੋਸਪੋਰੀ। ਸੋ ਮੇਗਾਸਪੋਰ ਹੈ ਨਾ ਜਿਹੜਾ, ਉਹ ਬਣ ਤਾਂ ਇੰਨੇ ਸਾਰੇ ਰਹੇ ਹੈ ਬਟ ਇੱਕ ਚੋਂ ਬਹੁਤ ਘੱਟ ਹੁੰਦੇ ਆ ਜਿਹੜੇ ਫੰਕਸ਼ਨਲ ਹੁੰਦੇ ਆ। ਸੋ ਫੰਕਸ਼ਨਲ ਮੇਗਾਸਪੋਰ ਕੋਲ ਮਾਈਕਰੋਸਪੋਰ ਆਉਂਦਾ ਹੈ ਐਂਡ ਫਿਊਜ਼ਨ ਹੋ ਜਾਂਦੀ ਹੈ, ਫਰਟੀਲਾਈਜੇਸ਼ਨ ਹੋ ਜਾਂਦੀ ਹੈ, ਉਸ ਤੋਂ ਬਾਅਦ ਜ਼ਾਈਗੋਟ ਬਣ ਜਾਂਦਾ ਹੈ ਐਂਡ ਫਾਈਨਲੀ ਸਪੋਰੋਫਾਈਟ ਬੋਡੀ ਬਣ ਜਾਂਦੀ ਹੈ, ਠੀਕ ਹੈ। ਮੂਵ ਕਰਕੇ ਆ ਰਿਹਾ ਫੀਮੇਲ ਤੱਕ। ਸੋ ਫੀਮੇਲ ਤਾਂ ਉੱਥੇ ਹੀ ਰਹਿ ਰਹੀ ਹੈ ਨਾ, ਸੋ ਇਹਦੇ ਨਾਲ ਫੀਮੇਲ ਨਰਿਸ਼ਮੈਂਟ ਪ੍ਰੋਵਾਈਡ ਕਰੇਗੀ ਐਮਬ੍ਰਿਓ ਨੂੰ, ਠੀਕ ਹੈ। ਸੋ ਐਮਬ੍ਰਿਓ ਉੱਥੇ ਹੀ ਰਹੇਗਾ, ਉਹਨੂੰ ਨਰਿਸ਼ਮੈਂਟ ਮਿਲੀ ਜਾਏਗੀ। ਇਹਦੇ ਨਾਲ ਨਾ ਹੌਲੀ ਹੌਲੀ ਐਵੋਲਿਊਸ਼ਨ ਹੋ ਰਹੀ ਹੈ ਕਿ ਸੀਡ ਬਣ ਰਿਹਾ, ਠੀਕ ਹੈ, ਸੀਡ ਇਵੋਲਵ ਹੋ ਰਿਹਾ ਇਹਦੇ ਤੋਂ। ਸੋ ਐਵੋਲਿਊਸ਼ਨ ਦੇ ਨਾਲ ਨਾਲ ਆਪਾਂ ਦੇਖਿਆ ਕਿ ਸਟਾਰਟਿੰਗ ਦੇ ਵਿੱਚ ਕੋਈ ਸੀਡ ਨਹੀਂ ਬਣ ਰਹੇ ਸੀ, ਐਲਗੀ, ਬ੍ਰਾਇਓਫਾਈਟਸ ਤੇ ਟੈਰੀਡੋਫਾਈਟਸ, ਬਟ ਹੁਣ ਸੀਡ ਬਣਨੇ ਸ਼ੁਰੂ ਹੋ ਗਏ, ਠੀਕ ਹੈ। ਸੋ ਇਹ ਹੈਟਰੋਸਪੋਰੀ ਕਰਕੇ ਹੀ ਪੋਸੀਬਲ ਹੈ। ਤਾਂ ਦੇਖੋ ਇਹਦਾ ਆਨਸਰ ਕੀ ਆਏਗਾ? ਵਿਚ ਆਫ ਦ ਫੋਲੋਇੰਗ ਇਜ਼ ਨਾਟ ਹੈਟਰੋਸਪੋਰਸ? ਸਿਲੈਜੀਨੈਲਾ, ਸਾਲਵੀਨੀਆ, ਮਾਰਸੀਲੀਆ, ਟੈਰਿਸ। ਤੇ ਇਹਦੇ ਵਿੱਚ ਤਾਂ ਤੁਹਾਨੂੰ ਲਰਨ ਕਰਨਾ ਪੈਣਾ ਹੈ ਕਿ ਹੈਟਰੋਸਪੋਰੀ ਕੌਣ ਸ਼ੋ ਕਰਦਾ ਹੈ। ਸੋ ਇਹ ਜੋ ਸਿਲੈਜੀਨੈਲਾ 'ਚ ਵੀ ਹੈਟਰੋਸਪੋਰੀ ਹੁੰਦੀ ਹੈ, ਸਾਲਵੀਨੀਆ 'ਚ ਵੀ ਹੁੰਦੀ ਹੈ ਐਂਡ ਮਾਰਸੀਲੀਆ 'ਚ ਵੀ ਹੈਟਰੋਸਪੋਰੀ ਹੁੰਦੀ ਹੈ। ਟੈਰਿਸ ਦੇ ਵਿੱਚ ਹੈਟਰੋਸਪੋਰੀ ਨਹੀਂ ਹੁੰਦੀ, ਓਕੇ, ਟੈਰੀਡੋਫਾਈਟ ਨੂੰ ਬਿਲੋਂਗ ਕਰਦਾ ਹੈ। ਟੈਰਿਸ ਦੇ ਵਿੱਚ ਕੋਈ ਹੈਟਰੋਸਪੋਰੀ ਨਹੀਂ ਹੁੰਦੀ। ਸੋ ਕਰੈਕਟ ਆਪਸ਼ਨ ਤਾਂ ਟੈਰਿਸ ਹੀ ਆਏਗਾ ਨਾ, ਆਪਸ਼ਨ ਡੀ ਇਜ਼ ਕਰੈਕਟ। ਨੈਕਸਟ ਅਸਰਸ਼ਨ ਕੀ ਹੈ? ਹੈਟਰੋਸਪੋਰੀ ਇਜ਼ ਕੰਸਿਡਰਡ ਐਨ ਇੰਪੋਰਟੈਂਟ ਐਵੋਲਿਊਸ਼ਨਰੀ ਐਡਵਾਂਸਮੈਂਟ। ਓਕੇ ਰੀਜ਼ਨ ਕੀ ਹੈ? ਇਟ ਅਲਟੀਮੇਟਲੀ ਲੈਡ ਟੂ ਦ ਐਵੋਲਿਊਸ਼ਨ ਆਫ ਸੀਡਸ। ਹਾਂਜੀ ਕੀ ਲੱਗ ਰਿਹਾ ਤੁਹਾਨੂੰ? assertion ਤਾਂ ਬਿਲਕੁਲ ਠੀਕ ਹੈ, ਬਿਕੋਜ਼ ਹੈਟਰੋਸਪੋਰੀ ਇਜ਼ ਕੰਸਿਡਰਡ ਐਨ ਇੰਪੋਰਟੈਂਟ ਐਵੋਲਿਊਸ਼ਨਰੀ ਐਡਵਾਂਸਮੈਂਟ, ਹੈ ਨਾ। ਠੀਕ ਹੈ ਨਾ, ਇਹ ਹੈਟਰੋਸਪੋਰੀ ਕਰਕੇ ਹੀ ਐਵੋਲਿਊਸ਼ਨਰੀ ਐਡਵਾਂਸਮੈਂਟ ਹੋ ਰਹੀ ਹੈ। ਐਂਡ ਕਿਹੜੀ ਐਡਵਾਂਸਮੈਂਟ ਹੋਈ ਇਹਦੇ ਕਰਕੇ? ਕਿ ਇਹਦੇ ਨਾਲ ਸੀਡ ਇਵੋਲਵ ਹੋ ਗਿਆ, ਹੈ ਨਾ। ਸੋ ਕੀ ਆਏਗਾ? ਬੋਥ A and R are true and R is correct explanation of A। ਇਹੀ ਆਏਗਾ, ਦੋਨੋਂ ਕਰੈਕਟ ਵੀ ਹੈ ਐਂਡ ਜੋ ਰੀਜ਼ਨ ਹੈ ਉਹ ਬਿਲਕੁਲ ਸੈਟਿਸਫਾਈ ਕਰ ਰਿਹਾ assertion ਨੂੰ, ਠੀਕ ਹੈ। ਸੋ ਇਹ ਜੋ ਸਾਰੇ ਆਪਸ਼ਨਸ ਆ ਰੋਂਗ ਹੋ ਜਾਣਗੇ। ਓਕੇ ਸੋ ਨੈਕਸਟ ਇਜ਼, ਹਾਂਜੀ ਮੈਚ ਕਰਨਾ ਤੁਸੀਂ। ਦੇਖੋ ਕਲਮਾਈਡੋਮੋਨਾਸ, ਮਾਰਕੈਂਸ਼ੀਆ, ਫਨੇਰੀਆ ਐਂਡ ਸਿਲੈਜੀਨੈਲਾ, ਠੀਕ ਹੈ। ਇੱਧਰ ਕੀ ਹੈ? ਗੈਮਾ ਕੱਪ, ਪ੍ਰੋਟੋਨੀਮਾ, ਆਈਸੋਗੈਮੀ, ਐਨਾਈਸੋਗੈਮੀ ਐਂਡ ਊਗੈਮੀ ਐਂਡ ਹੈਟਰੋਸਪੋਰੀ। ਚਲੋ ਟਰਾਈ ਤਾਂ ਕਰ ਸਕਦੇ ਨਾ ਤੁਸੀਂ ਮੈਚ ਕਰਨ ਦੀ, ਜਿਹੜੇ ਜਿਹੜੇ ਆਉਂਦੇ ਆ ਐਟਲੀਸਟ ਉਹ ਤਾਂ ਮੈਚ ਕਰੀਏ। ਸੋ ਜੋ ਕਲਮਾਈਡੋਮੋਨਾਸ ਹੈ ਨਾ ਉਹ ਇੱਕ ਐਲਗੀ ਹੈ, ਓਕੇ। ਇਹਦਾ ਇੱਕ ਮੇਨ ਫੀਚਰ ਤੁਸੀਂ ਯਾਦ ਰੱਖਣਾ, ਇਹਦੇ ਵਿੱਚ ਨਾ ਤਿੰਨੋਂ ਤਰ੍ਹਾਂ ਦੇ ਗੈਮੀਟਸ ਬਣ ਸਕਦੇ ਆ। ਤਿੰਨੋਂ ਤਰ੍ਹਾਂ ਦੇ ਗੈਮੀਟ ਕਿੱਦਾਂ ਹੋ ਸਕਦੇ ਆ? ਮੀਨਸ ਅਗਰ ਗੈਮੀਟ ਦੇਖਣ ਦੇ ਵਿੱਚ ਬਿਲਕੁਲ ਸੇਮ ਹੈ, ਇੱਕੋ ਜਿਹੇ ਹੈ, ਤਾਂ ਉਹਨੂੰ ਆਪਾਂ ਬੋਲਦੇ ਹਾਂ ਆਈਸੋਗੈਮੀ। ਅਗਰ ਗੈਮੀਟਸ ਦੇਖਣ ਦੇ ਵਿੱਚ
डिससिमिलर है ना, एक लार्ज है एक ਸਮੋਲ ਹੈ, ਉਹਨੂੰ ਆਪਾਂ ਬੋਲਦੇ ਹਾਂ ਐਨਾਈਸੋਗੈਮੀ। ਐਂਡ ਥਰਡ ਇਜ਼ ਊਗੈਮੀ, ਜਿਹਦੇ ਵਿੱਚ ਦੋਨੋਂ ਹੀ ਡਿਫਰੈਂਟ ਹੁੰਦੇ ਆ ਐਂਡ ਇੱਕ ਮੋਟਾਈਲ ਹੁੰਦਾ ਇੱਕ ਨਾਨ ਮੋਟਾਈਲ, ਮਤਲਬ ਇੱਕ ਮੂਵ ਕਰਦਾ ਹੈ ਐਂਡ ਇੱਕ ਉੱਥੇ ਹੀ ਰਹਿੰਦਾ ਹੈ। ਓਕੇ ਸੋ ਆ ਪਿਕਚਰ ਦੇਖਦੇ ਹਾਂ ਆਪਾਂ। ਹਾਂਜੀ ਸੋ ਦਿਸ ਇਜ਼ ਆਈਸੋਗੈਮੀ। ਓਕੇ ਸੇਮ ਹੈ ਨਾ, ਦੋਨੋਂ ਸੇਮ ਗੇਮੀਟਸ ਹੈ ਇੱਕ ਦੇਖਣ ਦੇ ਵਿੱਚ। ਦੈਨ ਐਨਾਈਸੋਗੈਮੀ ਹੋ ਗਿਆ। ਐਂਡ ਥਰਡ ਇਜ਼ ਊਗੈਮੀ, ਜਿਹਦੇ ਵਿੱਚ ਐਗ ਤੇ ਸਪਰਮ ਹੈ। ਸੋ ਸਪਰਮ ਮੂਵ ਕਰਕੇ ਐਗ ਕੋਲੇ ਜਾਂਦਾ ਹੈ। ਠੀਕ ਹੈ ਸੋ ਇਹ ਕਿਹਦੇ ਵਿੱਚ ਹੁੰਦੀ ਹੈ, ਇਹ ਕਲੇਮਾਈਡੋਮੋਨਾਸ 'ਚ ਪੋਸੀਬਲ ਹੈ। ਸੋ ਕਲੇਮਾਈਡੋਮੋਨਾਸ ਨੂੰ ਆਪਾਂ ਇਹਦੇ ਨਾਲ ਮੈਚ ਕਰ ਦਿੰਦੇ ਹਾਂ। ਠੀਕ ਹੈ ਸੈਕਿੰਡ ਇਜ਼ ਮਾਰਕੈਂਸ਼ੀਆ। ਮਾਰਕੈਂਸ਼ੀਆ ਨਾ, ਇਹ ਪਿਕਚਰ ਦੇਖੋ ਤੁਸੀਂ, ਇਹ ਵਾਲੀ ਪਿਕਚਰ ਦੇਖੋ, ਇਹਦੇ ਵਿੱਚ ਨਾ ਛੋਟੇ ਛੋਟੇ ਕੱਪਸ ਦਿਖ ਰਹੇ ਤੁਹਾਨੂੰ, ਆ ਕੱਪਸ ਹੈ ਨਾ। ਸੋ ਇਹ ਜੋ ਕੱਪਸ ਹੈ ਉਹ ਗੈਮਾ ਕੱਪਸ ਹੈ। ਓਕੇ ਗੈਮਾ ਕੱਪਸ ਹੈ। ਇਹ ਕੀ ਹੈ, ਵੈਜੀਟੇਟਿਵ ਰਿਪਰੋਡਕਸ਼ਨ 'ਚ ਹੈਲਪ ਕਰਦੇ ਆ। ਇਹ ਕੱਪ ਦੇ ਅੰਦਰ ਨਾ ਛੋਟੇ ਛੋਟੇ ਬਰਡਸ ਹੁੰਦੇ ਆ ਜਿਹਨੂੰ ਆਪਾਂ ਗੈਮਾ ਬੋਲਦੇ ਹਾਂ, ਗੈਮਾ। ਓਕੇ ਸੋ ਇਹ ਗੈਮਾ ਜਿੱਥੇ ਵੀ ਫਾਲ ਕਰਦੇ ਆ ਉੱਥੋਂ ਦੀ ਨਿਊ ਮਾਰਕੈਂਸ਼ੀਆ ਦਾ ਪਲਾਂਟ ਬਣ ਜਾਂਦਾ ਹੈ। ਰਾਈਟ ਸੋ ਮਾਰਕੈਂਸ਼ੀਆ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦੇ ਨੇ, ਗੈਮਾ ਕੱਪਸ। ਰਾਈਟ ਉਸ ਤੋਂ ਬਾਅਦ ਆ ਗਿਆ ਫਨੇਰੀਆ। ਸੋ ਜੋ ਫਨੇਰੀਆ ਨਾ ਉਹਦਾ ਆਏਗਾ ਪ੍ਰੋਟੋਨੀਮਾ, ਬਿਕੋਜ਼ ਇੱਕ ਪ੍ਰੋਟੋਨੀਮਾ ਇੱਕ ਸਟੇਜ ਹੁੰਦੀ ਹੈ ਜਿਹਦੇ ਵਿੱਚ ਪਲਾਂਟ ਇੱਕ ਸਪੋਰ ਤੋਂ ਡਿਵੈਲਪ ਕਰ ਰਿਹਾ ਹੁੰਦਾ ਹੈ। ਮਤਲਬ ਹਲੇ ਪ੍ਰੋਪਰਲੀ ਡਿਵੈਲਪ ਨਹੀਂ ਹੋਇਆ, ਹਲੇ ਜਸਟ ਕ੍ਰੀਪਿੰਗ ਮੋਡ ਦੇ ਵਿੱਚ ਹੈ, ਕ੍ਰੀਪ ਕਰ ਰਿਹਾ ਐਂਡ ਉਹ ਇੱਕ ਸਟਾਰਟਿੰਗ ਸਟੇਜ ਹੁੰਦੀ ਹੈ ਲਾਈਫ ਸਾਈਕਲ ਦੀ। ਠੀਕ ਹੈ ਐਂਡ ਸਿਲੈਜੀਨੈਲਾ ਆਪਾਂ ਹੁਣੇ ਪੜ੍ਹਿਆ ਹੈਟਰੋਸਪੋਰੀ। ਠੀਕ ਹੈ ਹੈਟਰੋਸਪੋਰੀ ਹੁੰਦੀ ਹੈ ਇਹਦੇ ਵਿੱਚ, ਸਿਲੈਜੀਨੈਲਾ ਦੇ ਵਿੱਚ। ਸੋ ਦੇਖੋ ਕੀ ਆ ਰਿਹਾ, ਏ ਦਾ ਹੈਗਾ ਥਰਡ। ਓਕੇ ਸੋ ਆਪਸ਼ਨ ਏ 'ਚ ਏ ਦਾ ਥਰਡ ਹੈ, ਬੀ ਦਾ ਫਸਟ ਮੀਨਸ ਮਾਰਕੈਂਸ਼ੀਆ ਦਾ ਗੈਮਾ ਕੱਪਸ, C2 ਮੀਨਸ ਫਨੇਰੀਆ ਦਾ ਹੈਗਾ ਪ੍ਰੋਟੋਨੀਮਾ ਐਂਡ ਸਿਲੈਜੀਨੈਲਾ ਦਾ ਹੈਟਰੋਸਪੋਰੀ। ਸੋ ਆਪਾਂ ਫੀਚਰਸ ਵੀ ਨਾਲ ਨਾਲ ਜ਼ਰੂਰ ਯਾਦ ਰੱਖਣੇ ਕਿਹੜੇ ਕਿਹੜੇ ਫੀਚਰਸ ਹੈ। MCQs 'ਚ ਕੱਲਾ ਕੱਲਾ ਵੀ ਆ ਸਕਦਾ ਹੈ। ਹਾਂਜੀ ਇਹ ਪਿਕਚਰ ਦੇਖ ਸਕਦੇ ਹੋ ਤੁਸੀਂ, ਇਹ ਪ੍ਰੋਟੋਨੀਮਾ। ਓਕੇ ਕ੍ਰੀਪਿੰਗ ਹੈ ਨਾ, ਕ੍ਰੀਪ ਕਰ ਰਿਹਾ ਗਰਾਊਂਡ ਤੇ, ਥੋੜੀ ਥੋੜੀ ਡਿਵੈਲਪਮੈਂਟ ਹੋ ਰਹੀ ਹੈ, ਇਹਦੇ ਸਟਰਕਚਰਸ ਬਣ ਰਹੇ ਹੌਲੀ ਹੌਲੀ। ਠੀਕ ਹੈ ਸੋ ਸਟਾਰਟਿੰਗ ਵਾਲੀ ਸਟੇਜ ਹੁੰਦੀ ਹੈ ਲਾਈਫ ਸਾਈਕਲ ਦੀ, ਪ੍ਰੋਟੋਨੀਮਾ। ਨੈਕਸਟ which gymnosperm is called living fossil? living fossil ਕਿਹਨੂੰ ਕਹਿੰਦੇ ਆ ਆਪਾਂ, ਦੇਖੋ living ਵੀ ਹੈ ਤੇ fossil ਵੀ ਹੈ। ਇਹਦਾ ਕੀ ਮਤਲਬ ਹੋਇਆ, fossils ਤਾਂ ਉਹ ਹੁੰਦੇ ਆ ਜਿਹੜੇ millions of years ਪਹਿਲਾਂ ਮਰ ਗਏ ਸੀ ਐਂਡ ਉਹਨਾਂ ਦੇ ਹੁਣ fossils ਤੋਂ ਆਪਾਂ ਉਹਨਾਂ ਦੀ ਸਟੱਡੀ ਕਰਦੇ ਹਾਂ, ਬਟ ਉਹ living ਵੀ ਨੇ। ਇਹਦਾ ਮਤਲਬ ਇਹ ਹੈ ਕਿ ਕੁਝ ਕੁ ਪਲਾਂਟਸ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੇ fossil records ਵੀ ਪਏ ਆਪਣੇ ਕੋਲੇ ਤੇ ਉਹ living ਵੀ ਹੈ, ਅੱਜ ਵੀ ਐਗਜ਼ਿਸਟ ਕਰ ਰਹੇ ਆ, ਮੀਨਸ ਉਹ ਬਹੁਤ ਪੁਰਾਣੇ ਪਲਾਂਟਸ ਹੈ। ਸੋ ਇਹ ਪਿਕਚਰਸ ਦੇਖੋ, ਇਹਦੇ ਫਸਟ ਪਲਾਂਟ ਦੇ ਵਿੱਚ ਕੀ ਹੈ, ਸਾਈਕਸ ਐਂਡ ਸੈਕਿੰਡ ਪਲਾਂਟ ਦੇ ਵਿੱਚ ਹੈ ਜਿੰਕੋ ਬਾਇਲੋਬਾ। ਤੁਸੀਂ ਸਾਈਕਸ ਤਾਂ ਦੇਖਿਆ ਹੀ ਹੋਣਾ, ਆਪਣੇ ਅਰਾਊਂਡ ਹੁੰਦਾ। ਸੋ ਕਿਹੜਾ ਵਾ ਜਿਮਨੋਸਪਰਮ ਹੈ ਜਿਹੜਾ ਲਿਵਿੰਗ ਫੋਸਿਲ ਹੈ। ਸੋ ਕੁਝ ਆਈਡੀਆ ਤੁਹਾਨੂੰ ਲੱਗ ਗਿਆ ਹੋਣਾ ਕਿ ਸਾਈਕਸ ਵੀ ਇੱਕ ਲਿਵਿੰਗ ਫੋਸਿਲ ਹੈ ਐਂਡ ਜਿੰਕੋ ਬਾਇਲੋਬਾ ਦੋਨੋਂ ਹੀ ਇਹ ਜੋ ਹੈ ਲਿਵਿੰਗ ਫੋਸਿਲਸ ਹੈ। ਤਾਂ ਆਨਸਰ ਆਏਗਾ ਇਹਦਾ ਆਪਸ਼ਨ C, ਬੋਥ ਸਾਈਕਸ ਐਂਡ ਜਿੰਕੋ ਬਾਇਲੋਬਾ। ਠੀਕ ਹੈ ਦੋਨੋਂ ਹੀ ਲਿਵਿੰਗ ਫੋਸਿਲਸ ਹੁੰਦੇ ਆ, मीन्स दोनों प्लांट्स बहुत ही पुराने हैं, बट पाइनस लिविंग फॉसिल नहीं है। नेक्स्ट विच जिम्नोस्पर्म हैज़ लार्जेस्ट अनब्रांच्ड स्टेम एंड कंपाउंड लीव्स? हाँ जी तो पाइनस, साइकस, जिंको या एफिड्रा। सो तुसी याद रखना अनब्रांच्ड स्टेम ते कंपाउंड लीव्स एक खास करैक्टरिस्टिक है, ये साइकस च हुंदे है। ठीक है साइकस ਆਪਾਂ ਪਿਛਲੀ ਪਿਕਚਰ 'ਚ ਸਾਈਕਸ ਦੇਖਿਆ। ਸੋ ਇਹ ਸਾਈਕਸ ਦੀਆਂ ਲੀਵਸ ਦਿਖ ਰਹੀਆਂ ਆਪਾਂ ਨੂੰ, ਇਹਦੇ ਨੀਚੇ ਇਹਦੀ ਛੋਟੀ ਜਿਹੀ ਇੱਕ ਸਟੈਮ ਹੁੰਦੀ ਹੈ ਜੋ ਕਿ ਅਨਬ੍ਰਾਂਚ ਹੈ, ਉਹਦੀਆਂ ਕੋਈ ਬ੍ਰਾਂਚਸ ਨਹੀਂ ਹੁੰਦੀਆਂ ਐਂਡ ਉੱਪਰ ਉਹਦੀਆਂ ਜੋ ਲੀਵਸ ਹੈ ਉਹ ਕੰਪਾਊਂਡ ਲੀਵਸ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇੱਕੋ ਹੀ ਲੀਫ ਦੀ ਰੈਸ਼ਿਜ਼ ਹੈ, ਮਤਲਬ ਕਿ ਮਿਡਰਿਪ, ਉਹਦੇ ਸਾਈਡਸ ਤੋਂ ਲੀਫਲੈਟਸ ਓਰੀਜੀਨੇਟ ਹੋ ਰਹੀਆਂ। ਠੀਕ ਹੈ ਸੋ ਇੱਕ ਤਰ੍ਹਾਂ ਦੀ ਕੰਪਾਊਂਡ ਲੀਫ ਹੁੰਦੀ ਹੈ। ਆਈ ਹੋਪ ਯੂ ਨੋ ਦ ਡਿਫਰੈਂਸ ਬਿਟਵੀਨ ਸਿੰਪਲ ਲੀਫ ਐਂਡ ਕੰਪਾਊਂਡ ਲੀਫ। ਸੋ ਇਹਦਾ ਆਨਸਰ ਆਏਗਾ ਸਾਈਕਸ, ਜਿਹਦੇ ਵਿੱਚ ਸਟੈਮ ਅਨਬ੍ਰਾਂਚ ਹੈ ਤੇ ਲੀਵਸ ਕਿਹੜੀਆਂ ਨੇ, ਕੰਪਾਊਂਡ। ਨੈਕਸਟ ਵਿਚ ਗਰੁੱਪ ਫਸਟ ਇਵੋਲਵਡ ਪੋਲਨ ਗ੍ਰੇਨ? ਸਭ ਤੋਂ ਪਹਿਲਾਂ ਪੋਲਨ ਗ੍ਰੇਨਸ ਕਿਹਦੇ ਵਿੱਚ ਬਣੇ ਸੀ, ਬ੍ਰਾਇਓਫਾਈਟਸ 'ਚ ਬਣੇ ਸੀ ਜਾਂ ਟਰੀਟੋਫਾਈਟਸ ਜਾਂ ਜਿਮਨੋਸਪਰਮਸ ਜਾਂ ਐਲਗੀ, ਕਿਹਦੇ ਵਿੱਚ ਬਣੇ ਸੀ? ਸੋ ਦੇਖੋ ਜਿਹੜੇ ਬ੍ਰਾਇਓਫਾਈਟਸ ਹੈ ਉਹਨਾਂ ਦੇ ਵਿੱਚ ਪੋਲਨ ਗ੍ਰੇਨਸ ਨਹੀਂ ਹੁੰਦੇ, ਉਹਨਾਂ ਦੇ ਵਿੱਚ ਐਂਥਰੋਜ਼ੋਇਡਸ ਹੁੰਦੇ ਆ। ਠੀਕ ਹੈ ਆਪਾਂ ਉਹਦੇ ਵਿੱਚ ਪੋਲਨ ਗ੍ਰੇਨ ਨਹੀਂ ਬੋਲਦੇ, ਐਂਥਰੋਜ਼ੋਇਡਸ ਟਰਮ ਯੂਜ਼ ਕਰਦੇ ਹਾਂ। ਸਿਮਿਲਰਲੀ ਟਰੀਡੋਫਾਈਟਸ 'ਚ ਵੀ ਐਂਥਰੋਜ਼ੋਇਡਸ ਯੂਜ਼ ਕਰਦੇ ਹਾਂ ਆਪਾਂ। ਸੋ ਇਹਦਾ ਜੋ ਆਨਸਰ ਆਏਗਾ ਉਹ ਆਏਗਾ C, ਜਿਮਨੋਸਪਰਮਸ। ਜਿਮਨੋਸਪਰਮਸ ਦੇ ਵਿੱਚ ਸਭ ਤੋਂ ਪਹਿਲਾਂ ਪੋਲਨ ਗ੍ਰੇਨਸ ਬਣੇ ਸੀ। ਤੇ ਪੋਲਨ ਗ੍ਰੇਨਸ ਕੀ ਹੁੰਦੇ ਆ, ਇਹ ਮੇਲ ਗਮੀਟ ਹੁੰਦੇ ਆ। ਠੀਕ ਹੈ ਜੋ ਕਿ ਫੀਮੇਲ ਗਮੀਟ ਤੱਕ ਟਰੈਵਲ ਕਰਕੇ ਫਰਟੀਲਾਈਜ਼ ਕਰ ਦਿੰਦੇ ਆ ਫੀਮੇਲ ਗਮੀਟ ਨੂੰ। ਰਾਈਟ ਤਾਂ ਐਲਗੀ ਦੇ ਵਿੱਚ ਵੀ ਪੋਲਨ ਗ੍ਰੇਨਸ ਨਹੀਂ ਹੁੰਦੇ। ਉਸ ਤੋਂ ਬਾਅਦ ਜਿਹੜਾ ਐਂਜੀਓਸਪਰਮਸ ਆਏਗਾ ਤਾਂ ਉਹਦੇ ਵਿੱਚ ਵੀ ਹੁੰਦੇ ਆ ਪੋਲਨ ਗ੍ਰੇਨਸ। ਸੋ ਸਭ ਤੋਂ ਪਹਿਲਾਂ ਫਸਟ ਇਵੋਲਵ ਇਹਦੇ ਵਿੱਚ ਹੀ ਹੋਏ ਸੀ ਤੇ ਫਿਰ ਐਂਜੀਓਸਪਰਮਸ 'ਚ ਵੀ ਹੈਗੇ ਆ ਪੋਲਨ ਗ੍ਰੇਨਸ। ਓਕੇ ਨੈਕਸਟ
Which statement correctly distinguishes between bryophytes and pteridophytes? ਹਾਂਜੀ ਸੋ ਇੱਕ ਮੇਨ ਡਿਫਰੈਂਸ ਦੱਸਣਾ ਆਪਾਂ ਬ੍ਰਾਇਓਫਾਈਟਸ ਤੇ ਟੈਰੀਡੋਫਾਈਟਸ ਦੇ ਵਿੱਚ ਓਕੇ ਸੋ ਦੇਖੋ ਆਪਾਂ ਰੀਡ ਕਰਦੇ ਹਾਂ ਸਾਰੀਆਂ ਸਟੇਟਮੈਂਟਸ ਬ੍ਰਾਇਓਫਾਈਟਸ ਪੋਜ਼ੈਸ ਵੈਸਕੂਲਰ ਟਿਸ਼ੂ ਇੱਥੋਂ ਹੀ ਗਲਤ ਹੋ ਗਿਆ ਹੈ ਵੈਸਕੂਲਰ ਟਿਸ਼ੂ ਬ੍ਰਾਇਓਫਾਈਟਸ 'ਚ ਹੁੰਦਾ ਹੀ ਨਹੀਂ ਹੈ ਨਾ ਤੇ ਕਿਹਦੇ ਵਿੱਚ ਹੁੰਦਾ ਹੈ ਵੈਸਕੂਲਰ ਟਿਸ਼ੂ ਆਪਾਂ ਪੜ੍ਹਿਆ ਨਾ ਸਟਾਰਟਿੰਗ ਦੇ ਵਿੱਚ ਕਿ ਟੈਰੀਡੋਫਾਈਟਸ ਪਹਿਲੇ ਪਲਾਂਟਸ ਹੈ ਜਿਹਦੇ ਵਿੱਚ ਵੈਸਕੂਲਰ ਟਿਸ਼ੂ ਬਣਿਆ ਸੀ ਪਰ ਜਿਸ 'ਚ ਡੂ ਨਾਟ ਲਿਖਿਆ ਸੋ ਇਹ ਗਲਤ ਹੋ ਗਿਆ ਆਪਸ਼ਨ Second option देखते हैं in bryophytes the sporophyte is dependent on gametophyte whereas in pteridophyte sporophyte is independent ਤਾਂ ਠੀਕ ਹੈ ਇਹ ਹੈ ਨਾ ਇਹੀ ਆਪਸ਼ਨ ਆਏਗਾ ਬਿਕੋਜ਼ ਜੋ ਬ੍ਰਾਇਓਫਾਈਟਸ ਦਾ ਜੋ ਸਪੋਰੋਫਾਈਟ ਹੁੰਦਾ ਹੈ ਉਹ ਗਮੀਟੋਫਾਈਟ ਤੇ ਡਿਪੈਂਡੈਂਟ ਹੁੰਦਾ ਹੈ ਬਟ ਜਿਹੜਾ ਟੈਰੀਡੋਫਾਈਟਸ ਹੈ ਆਪਣੇ ਉਹਦੇ ਵਿੱਚ ਜਿਹੜਾ ਸਪੋਰੋਫਾਈਟ ਹੈ ਉਹ ਇੰਡੀਪੈਂਡੈਂਟ ਹੈ ਇਹੀ ਇਹਦਾ ਮੇਨ ਫੀਚਰ ਹੈ ਤੇ ਇਹਦੇ ਵਿੱਚ ਡਿਪੈਂਡੈਂਟ ਹੈ ਐਂਡ ਇਹਦੇ ਵਿੱਚ ਟੈਰੀਡੋਫਾਈਟ ਦੇ ਵਿੱਚ ਇੰਡੀਪੈਂਡੈਂਟ ਓਕੇ ਸੋ ਆਪਾਂ ਪਿਕਚਰ ਦੇਖਦੇ ਹਾਂ ਹਾਂਜੀ ਇਹ ਲਾਈਫ ਸਾਈਕਲ ਹੈ ਇੱਕ ਫਰਨ ਦਾ ਦਿਖਾਇਆ ਹੋਇਆ ਸੋ ਦੇਖੋ ਇਹਦੇ ਵਿੱਚ ਕੀ ਹੈ ਮੈਚਿਓਰ ਸਪੋਰੋਫਾਈਟ ਸਪੋਰੋਫਾਈਟ ਹੈ ਇਹ ਜਿਹੜੀ ਪਲਾਂਟ ਬੋਡੀ ਉਹ ਸਪੋਰੋਫਾਈਟ ਹੈ ਮੀਨਸ ਇਹਦੇ ਸਪੋਰਸ ਹੁੰਦੇ ਆ ਦੇਖੋ ਸਪੋਰੈਂਜੀਅਮ ਦਿਖ ਰਿਹਾ ਤੁਹਾਨੂੰ ਇੱਥੇ ਛੋਟੇ ਛੋਟੇ ਸਪੋਰੈਂਜੀਅਮ ਦਿਖ ਰਹੇ ਤੁਹਾਨੂੰ ਔਰੇਂਜ ਜਾਂ ਯੈਲੋ ਕਲਰ ਦੇ ਉਹ ਸਪੋਰੈਂਜੀਅਮ ਹੈ ਅਗਰ ਆਪਾਂ ਉਹਨੂੰ ਜ਼ੂਮ ਕਰਕੇ ਦੇਖੀਏ ਸਪੋਰੈਂਜੀਅਮ ਨੂੰ ਤਾਂ ਉਹ ਇਦਾਂ ਦਾ ਹੋਏਗਾ ਐਂਡ ਉਹਦੇ ਅੰਦਰ ਕੀ ਹੋਣਗੇ ਉਹਦੇ ਅੰਦਰ ਹੁੰਦੇ ਆ ਸਪੋਰਸ ਠੀਕ ਹੈ ਹੁਣ ਜਦੋਂ ਸਪੋਰਸ ਜਰਮੀਨੇਟ ਕਰਦੇ ਆ ਤਾਂ ਜਰਮੀਨੇਟ ਕਰਨ ਤੋਂ ਬਾਅਦ ਇਹ ਬਣਾ ਲੈਂਦੇ ਆ ਗਮੀਟੋਫਾਈਟ ਠੀਕ ਹੈ ਮੈਚਿਓਰ ਗਮੀਟੋਫਾਈਟ ਹੈ ਹੁਣ ਇਹਦੇ ਕਿਉਂਕਿ ਇਹਦਾ ਨੇਮ ਗਮੀਟੋਫਾਈਟ ਤਾਂ ਇਹਦੇ ਗਮੀਟਸ ਬਣਨਗੇ ਕਿਹੜੇ ਗਮੀਟਸ ਬਣਨਗੇ ਮੇਲ ਗਮੀਟ ਤੇ ਫੀਮੇਲ ਗਮੀਟ ਠੀਕ ਹੈ ਤਾਂ ਮੇਲ ਗਮੀਟ ਹੋ ਗਿਆ ਸਪਰਮ ਐਂਡ ਫੀਮੇਲ ਗਮੀਟ ਐਗ ਸੋ ਇਹਦੇ ਗਮੀਟਸ ਬਣ ਗਏ ਗਮੀਟਸ ਜਿਹੜੇ ਨੇ ਮੇਲ ਤੇ ਫੀਮੇਲ ਨੂੰ ਆਪਸ 'ਚ ਫਿਊਜ਼ ਕਰਨਗੇ ਜਿਹਨੂੰ ਆਪਾਂ ਬੋਲਦੇ ਹਾਂ ਫਰਟੀਲਾਈਜੇਸ਼ਨ ਤਾਂ ਉਸ ਤੋਂ ਬਾਅਦ ਕੀ ਬਣ ਜਾਏਗਾ ਜ਼ਾਈਗੋਟ ਬਣ ਜਾਏਗਾ ਐਂਡ ਜ਼ਾਈਗੋਟ ਤੋਂ ਬਾਅਦ ਜ਼ਾਈਗੋਟ ਜਰਮੀਨੇਟ ਕਰੇਗਾ ਐਂਡ ਬਣ ਜਾਏਗਾ ਸਪੋਰੋਫਾਈਟ ਠੀਕ ਹੈ ਸੋ ਬੇਸਿਕਲੀ ਹੋਇਆ ਕਿ ਇਹਦੇ ਵਿੱਚ ਸਪੋਰੋਫਾਈਟ ਤੋਂ ਬਣਿਆ ਸੀ ਗਮੀਟੋਫਾਈਟ ਐਂਡ ਗਮੀਟੋਫਾਈਟ ਤੋਂ ਬਾਅਦ ਦੇ ਵਿੱਚ ਕੀ ਬਣ ਜਾਂਦਾ ਸਪੋਰੋਫਾਈਟ ਇਹਨੂੰ ਆਪਾਂ ਕੀ ਬੋਲਦੇ ਹਾਂ ਆਲਟਰਨੇਸ਼ਨ ਆਫ ਜਨਰੇਸ਼ਨ ਠੀਕ ਹੈ ਆਲਟਰਨੇਸ਼ਨ ਆਫ ਜਨਰੇਸ਼ਨ ਬੋਲਦੇ ਹਾਂ ਸੋ ਇੱਕ ਲਾਈਫ ਸਾਈਕਲ ਹੈ ਤਾਂ ਕੁਐਸਚਨ ਕੀ ਹੈ ਆਪਣਾ ਦੇਖੋ ਆਪਾਂ ਸੈਕਿੰਡ ਆਪਸ਼ਨ ਪੜ੍ਹ ਰਹੇ ਸੀ ਨਾ ਕਿ ਸਪੋਰੋਫਾਈਟ ਇਜ਼ ਡਿਪੈਂਡੈਂਟ ਕਿਹਦੇ ਵਿੱਚ ਬ੍ਰਾਇਓਫਾਈਟਸ 'ਚ ਤੇ ਟੈਰੀਡੋਫਾਈਟਸ ਦੇ ਵਿੱਚ ਸਪੋਰੋਫਾਈਟ ਇਜ਼ ਇੰਡੀਪੈਂਡੈਂਟ ਤਾਂ ਹਾਂਜੀ ਆਪਸ਼ਨ ਠੀਕ ਹੈ ਬਿਲਕੁਲ ਬਿਕੋਜ਼ ਜਿਹੜੇ ਬ੍ਰਾਇਓਫਾਈਟਸ ਹੁੰਦੇ ਆ ਉਹਦੇ ਵਿੱਚ ਸਪੋਰੋਫਾਈਟ ਡਿਪੈਂਡੈਂਟ ਹੁੰਦਾ ਗਮੀਟੋਫਾਈਟ ਤੇ ਜਿਹੜੀ ਆਪਾਂ ਪਿਕਚਰ ਦੇਖੀ ਹੈ ਨਾ ਉਹ ਇੱਕ ਟੈਰੀਡੋਫਾਈਟ ਦੀ ਪਿਕਚਰ ਹੈ ਤੇ ਇਹਦੇ ਵਿੱਚ ਸਪੋਰੋਫਾਈਟ ਅਲੱਗ ਹੈ ਤੇ ਜਿਹੜਾ ਗਮੀਟੋਫਾਈਟ ਹੈ ਉਹ ਅਲੱਗ ਹੈ ਠੀਕ ਹੈ ਇਹ ਅਲੱਗ ਹੈ ਇੰਡੀਪੈਂਡੈਂਟ ਐਗਜ਼ਿਸਟੈਂਸ ਪੋਸੀਬਲ ਹੁੰਦੀ ਹੈ ਦੋਨਾਂ ਦੀ ਟੈਰੀਡੋਫਾਈਟਸ ਦੇ ਵਿੱਚ ਬਟ ਜਿਹੜੇ ਬ੍ਰਾਇਓਫਾਈਟਸ ਹੁੰਦੇ ਆ ਨਾ ਉਹ ਇੰਡੀਪੈਂਡੈਂਟ ਨਹੀਂ ਹੁੰਦਾ ਉਹ ਨਰਿਸ਼ਮੈਂਟ ਲੈਂਦਾ ਸਾਰੀ ਗਮੀਟੋਫਾਈਟ ਤੋਂ ਸੋ डिपेंडेंट है गमीटोफाइट की सो सेकंड ऑप्शन इज करेक्ट दूसरा देखो ब्रायोफाइट्स हैव डोमिनेंट स्पोरोफाइट्स नहीं गलत है बोथ possess seeds no next question is which feature is common to both gymnosperms and angiosperms but absent in pteridophytes हाँ जी सो जिम्नोस्पर्म्स ਤੇ एंजियोस्पर्म्स ਦੋਨਾਂ 'ਚ ਕਾਮਨ ਹੈ ਬਟ ਟੈਰੀਡੋਫਾਈਟਸ 'ਚ ਐਬਸੈਂਟ ਦੇਖੋ ਕੀ ਆਏਗਾ ਵੈਸਕੂਲਰ ਟਿਸ਼ੂ ਆ ਸਕਦਾ ਵੈਸਕੂਲਰ ਟਿਸ਼ੂ ਤਾਂ ਪ੍ਰੈਜ਼ੈਂਟ ਹੈ ਨਾ ਟੈਰੀਡੋਫਾਈਟਸ ਤੋਂ ਹੀ ਤਾਂ ਸਟਾਰਟ ਹੋਇਆ ਸੀ ਐਂਡ ਜਿਮਨੋ ਤੇ ਐਂਜੀਓਸ ਤੋਂ ਬਾਅਦ ਵਾਲੀਆਂ ਕੈਟਾਗਰੀਜ਼ 'ਚ ਹੈ ਉਸ ਤੋਂ ਬਾਅਦ ਆ ਗਿਆ ਡੋਮੀਨੈਂਟ ਸਪੋਰੋਫਾਈਟ ਤਾਂ ਡੋਮੀਨੈਂਟ ਸਪੋਰੋਫਾਈਟ ਵੀ ਤਿੰਨਾਂ 'ਚ ਪ੍ਰੈਜ਼ੈਂਟ ਹੈ ਨਾ ਟੈਰੀਡੋਫਾਈਟਸ ਜਿਮਨੋਸਪਰਮਸ ਐਂਜੀਓਸਪਰਮਸ ਤਿੰਨਾਂ 'ਚ ਹੀ ਡੋਮੀਨੈਂਟ ਹੈ ਹੁਣੇ ਆਪਾਂ ਟੈਰੀਡੋਫਾਈਟਸ ਦਾ ਪੜ੍ਹ ਕੇ ਆਏ ਹਾਂ ਤਾਂ ਉਸ ਤੋਂ ਬਾਅਦ ਵਾਲੇ ਆਉਂਦੇ ਆ ਜਿਮਨੋ ਐਂਡ एंजियोस्पर्म्स दोनों ਵਿੱਚ डोमिनेंट ही है स्पोरोफाइट हाँ जी सीड्स जो है ना वो नहीं प्रेजेंट टेरिडोफाइट्स नहीं प्रेजेंट होंगे सीड्स ऑप्शन सी आएगा जिम्नोस्पर्म्स ਦੇ ਵਿੱਚ प्रेजेंट होंगे सीड्स नेक्ड सीड्स एंड एंजियोस्पर्म्स भी सीड्स प्रेजेंट होंगे कवर्ड सीड्स ओके बट टेरिडोफाइट्स ਦੇ ਵਿੱਚ नहीं प्रेजेंट होंगे सो सीड्स इज द करेक्ट आंसर दैन ऑल्टरनेशन ऑफ जनरेशन भी ਤਿੰਨਾਂ ਦੇ ਵਿੱਚ ਹੁੰਦੀ ਹੈ means gametophyte to sporophyte banda and sporophyte to gametophyte right next question which pair is correctly matched red algae laminarin green algae floridian starch brown algae mannitol and bryophytes vessels ਇਹ ਜੋ ਤਿੰਨੋਂ ਹੈ ਨਾ ਫਸਟ 3 ਇਹ ਨਾ ਫੂਡ ਕਿੱਦਾਂ ਸਟੋਰ ਹੁੰਦਾ ਹੈ ਇਹਨਾਂ ਐਲਗੀ ਦੇ ਵਿੱਚ ਉਹ ਦਿੱਤਾ ਹੋਇਆ ਹੈ ਠੀਕ ਹੈ ਜਿਵੇਂ ਤੁਸੀਂ ਸੁਣਿਆ ਹੋਣਾ ਸਟਾਰਚ ਦੀ ਫਾਰਮ ਦੇ ਵਿੱਚ ਫੂਡ ਸਟੋਰ ਹੁੰਦਾ ਤਾਂ ਇੱਦਾਂ ਹੀ ਇਹ ਸਟੋਰਡ ਫਾਰਮਸ ਆਫ ਫੂਡ ਹੈ ਸੋ ਰੈਡ ਐਲਗੀ 'ਚ ਲੈਮੀਨਾਰਿਨ ਹੈ ਗ੍ਰੀਨ ਐਲਗੀ 'ਚ ਫਲੋਰੀਡੀਅਨ ਸਟਾਰਚ ਬਰਾਊਨ ਐਲਗੀ 'ਚ ਮੈਨੀਟੋਲ ਐਂਡ ਬ੍ਰਾਇਓਫਾਈਟਸ 'ਚ ਵੈਸਲਸ ਸੋ ਕੁਐਸਚਨ ਹੈ ਬ੍ਰਾਇਓਫਾਈਟਸ ਵੈਸਲਸ ਪ੍ਰੈਜ਼ੈਂਟ ਹੈ ਕਿ ਨਹੀਂ ਇਹ ਵਾਲਾ ਐਂਡ ਥਰਡ ਐਂਡ ਉੱਪਰਲੇ ਤਿੰਨ ਹੈ ਸਟੋਰਡ ਫੂਡ ਇਹਦਾ ਆਨਸਰ ਤੁਸੀਂ ਮੈਨੂੰ ਇੱਥੋਂ ਦੇਣਾ ਆ ਦੇਖੋ
ਇਹ ਤਿੰਨੋਂ ਐਲਗੀਜ਼ ਹੈ, ਬਰਾਊਨ ਐਲਗੀ, ਰੈੱਡ ਐਲਗੀ ਐਂਡ ਗ੍ਰੀਨ ਐਲਗੀ। ਇਹ ਇਹਨਾਂ ਦੀਆਂ ਐਗਜ਼ਾਮਪਲਸ ਹੈ, ਤੁਸੀਂ ਨੋਟ ਡਾਊਨ ਕਰ ਸਕਦੇ ਹੋ। ਤੇ ਹੁਣ ਇਹ ਸਟੋਰਡ ਫੂਡ ਦਿੱਤੇ ਆ, ਦੇਖੋ ਬਰਾਊਨ ਐਲਗੀ 'ਚ ਕਿਹੜਾ ਲੈਮਿਨੈਰਿਨ ਐਂਡ ਮੈਨੀਟੋਲ, ਇਹਦੇ ਵਿੱਚ ਕਿਹੜਾ ਫਲੋਰੀਡੀਅਨ ਸਟਾਰਚ, ਰੈੱਡ ਐਲਗੀ ਦੇ ਵਿੱਚ, ਐਂਡ ਗ੍ਰੀਨ ਐਲਗੀ ਦੇ ਵਿੱਚ ਕਿਹੜਾ ਸਟਾਰਚ, ਰਾਈਟ। ਸੋ ਇਹਨੂੰ ਦੇਖ ਕੇ ਤੁਸੀਂ ਮੈਨੂੰ ਇਹਦਾ ਆਨਸਰ ਦੇਣਾ ਹੈ ਕੁਐਸਚਨ ਦਾ ਕਮੈਂਟਸ 'ਚ, ਰਾਈਟ। ਕਮੈਂਟ ਦੇ ਵਿੱਚ ਮੈਨੂੰ ਤੁਸੀਂ ਇਹਦਾ ਆਨਸਰ ਦੇਣਾ ਇਹਨੂੰ ਦੇਖ ਕੇ, ਰਾਈਟ। ਨੈਕਸਟ, ਵਿਚ ਸਟੇਟਮੈਂਟ ਰਿਗਾਰਡਿੰਗ ਪਾਈਨਸ ਇਜ਼ ਕਰੈਕਟ। ਓਕੇ, ਸੋ ਇਹ ਜੋ ਪਿਕਚਰ ਹੈ ਨਾ ਪਾਈਨਸ ਦੀ ਹੈ, ਇਹ ਜੋ ਬਣੇ ਹੋਏ ਹੈ ਬਰਾਊਨ ਕਲਰ ਦੇ, ਇਹ ਕੋਨਸ ਹੁੰਦੇ ਐਂਡ ਇਹਦੀਆਂ ਲੀਵਸ ਦੇਖੋ ਨੀਡਲ ਲਾਈਕ ਲੀਵਸ ਹੁੰਦੀਆਂ ਇਹਦੀਆਂ, ਠੀਕ ਹੈ। ਕੁਐਸਚਨ ਕੀ ਹੈ ਕਿ ਮੇਲ ਐਂਡ ਫੀਮੇਲ ਕੋਨਸ ਅਕਰ ਔਨ ਸੈਪਰੇਟ ਪਲਾਂਟ, ਕੀ ਇਹਦੀਆਂ ਮੇਲ ਕੋਨਸ ਤੇ ਫੀਮੇਲ ਕੋਨਸ ਸੈਪਰੇਟ ਪਲਾਂਟਸ ਤੇ ਹੁੰਦੀਆਂ। ਓਕੇ, ਦੈਨ ਸੀਡਸ ਆਰ ਇਨਕਲੋਜ਼ਡ ਵਿਦਿਨ ਦ ਫਰੂਟਸ। ਇਨਕਲੋਜ਼ਡ ਵਰਡ ਆ ਗਿਆ, ਇਨਕਲੋਜ਼ਡ ਮਤਲਬ ਇਹ ਇੱਕ ਐਂਜੀਓਸਪਰਮ ਹੋਣਾ ਚਾਹੀਦਾ ਹੈ, ਬਟ ਜੋ ਪਾਈਨਸ ਹੈ ਨਾ ਉਹ ਇੱਕ ਜਿਮਨੋਸਪਰਮ ਹੈ। ਓਕੇ, ਨਾਓ plant is monoecious with separate male and female cones। monoecious ਮਤਲਬ ਹੈ, ਮੋਨੋ ਮੀਨਸ ਕੀ ਹੁੰਦਾ ਇੱਕ, ਮਤਲਬ ਇੱਕੋ ਹੀ ਪਲਾਂਟ ਤੇ ਮੇਲ ਕੋਨਸ ਵੀ ਹੋਣਗੀਆਂ ਤੇ ਫੀਮੇਲ ਕੋਨਸ ਵੀ ਹੋਣਗੀਆਂ, ਰਾਈਟ। ਐਂਡ ਆਰਕੀਗੋਨੀਆ ਆਰ ਐਬਸੈਂਟ। ਸੋ ਕਰੈਕਟ ਆਪਸ਼ਨ ਇਜ਼ ਆਪਸ਼ਨ ਸੀ, ਠੀਕ ਹੈ। ਇਹ ਜੋ ਪਲਾਂਟ ਹੁੰਦਾ ਹੈ ਨਾ ਪਾਈਨਸ ਦਾ, ਉਹਦੇ ਇੱਕੋ ਹੀ ਪਲਾਂਟ ਤੇ ਮੇਲ ਕੋਨਸ ਵੀ ਹੁੰਦੀਆਂ, ਫੀਮੇਲ ਕੋਨਸ ਵੀ ਹੁੰਦੀਆਂ, ਇਹ ਇਹਦਾ ਇੱਕ ਫੀਚਰ ਹੈ। ਕੁਐਸਚਨ ਨੰਬਰ 11 ਦਾ ਆਨਸਰ ਤੁਸੀਂ ਮੈਨੂੰ ਕਮੈਂਟਸ 'ਚ ਦੇ ਦਿਓ। ਐਂਡ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਇੱਕ ਚੀਟ ਸ਼ੀਟ ਮਿਲੇਗੀ ਤੁਹਾਨੂੰ, ਸੋ ਹੇਅਰ ਇਟ ਇਜ਼। ਹਾਂਜੀ, ਸੋ ਇਹਨੂੰ ਤੁਸੀਂ ਨੋਟ ਕਰ ਲਓ ਜਾਂ ਤਾਂ ਸਕਰੀਨਸ਼ਾਟ ਲੈ ਲਓ, ਇਹਦੇ ਵਿੱਚ ਸਾਰੇ ਫੀਚਰਸ ਕਵਰ ਹੋ ਰਹੇ ਹੈ। ਓਕੇ, ਸੋ ਸਬਸਕ੍ਰਾਈਬ ਕਰ ਲਓ ਯਾਰ ਚੈਨਲ ਨੂੰ, ਵਧੀਆ ਵਧੀਆ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣਗੀਆਂ। ਥੈਂਕ ਯੂ ਸੋ ਮਚ।